ਵੀਰ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇਸ ਇਸ਼ੂ ਨੂੰ ਮੈਂ ਸਮਝਦਾ ਜਦੋਂ ਦੀ ਇਹ ਗੱਲ ਹੋਈ ਹੈ ਤੁਸੀਂ ਇਸ ਨੂੰ ਪੂਰਾ ਉਠਾ ਰਹੇ ਹੋ ਔਰ ਲੋਕਾਂ ਤੱਕ ਆਪਣੇ ਇਸ ਚੈਨਲ ਦੇ ਰਾਹੀਂ ਆਵਾਜ਼ ਪਹੁੰਚਾ ਰਹੇ ਹੋ। ਜਦੋਂ ਗੱਲ ਆਵੇਗੀ ਡੈਮੋਕ੍ਰੇਸੀ ਦੀ, ਜਦੋਂ ਗੱਲ ਆਵੇਗੀ ਸਾਨੂੰ ਇਸ ਤਰ੍ਹਾਂ ਨਾਲ ਪਈ ਤੁਸੀਂ ਇੱਕ ਪਾਸੇ ਪਹਿਲਾਂ ਗੱਲ ਤੇ ਰਜਿੰਦਰ ਮੈਂ ਸਮਝਦਾ ਕਿ ਯਸ਼ਪਾਲ ਸ਼ਰਮਾ ਨੂੰ ਜਦ ਇਤਿਹਾਸ ਦਾ ਪਤਾ ਨਹੀਂ ਪਈ। ਅਸੀਂ ਦੇਸ਼ ਭਗਤ ਲੋਕ ਇਸ ਮੁਲਕ ਨੂੰ ਯਾਦ ਕਰਾਉਣ ਵਾਸਤੇ ਸਾਡੀ ਕਮਿਊਨਿਟੀ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ, ਛੋਟੀਆਂ ਨਹੀਂ ਬਹੁਤ ਵੱਡੀਆਂ। 47 ਦਾ ਤੁਸੀਂ 47 ਤੋਂ ਪੜ੍ਹ ਕੇ ਤੁਸੀਂ ਦੇਖ ਲਓ, ਅਗਰ ਫਾਂਸੀ 126 ਲੋਕ ਲੱਗੇ ਤੇ ਸ਼ਾਇਦ 97 98 ਜਿਹੜੇ। ਔਰ ਮੈਨੂੰ ਫਖਰ ਹੈ ਕਿ ਮੈਂ ਉਸ ਕੌਮ ਤੋਂ ਆਉਣਾ ਕਿ ਜਿਨ੍ਹਾਂ ਨੇ ਇਸ ਦੇਸ਼ ਦੀ ਸੇਵਾ ਕੀਤੀ, ਕਿਉਂਕਿ ਦੇਸ਼ ਭਗਤੀ ਸਾਡੇ ਖੂਨ ਦੇ ਵਿੱਚ। ਅਸੀਂ ਗਰਦਨ ਕਟਾ ਸਕਦੇ ਹਾਂ ਲੇਕਿਨ ਝੁਕਾ ਨਹੀਂ ਸਕਦੇ। ਇਸ ਦੇਸ਼ ਵਾਸਤੇ ਸਾਡੇ ਬਜ਼ੁਰਗਾਂ ਪਹਿਲਾਂ ਵੀ ਕੁਰਬਾਨੀਆਂ ਕੀਤੀਆਂ ਤੇ ਹੁਣ ਵੀ ਕਰ ਰਹੇ ਨੇ। ਜੇ ਤੁਸੀਂ ਕਿਤੇ ਦੂਜੇ, ਮੈਂ ਕਹਿੰਦਾ ਕਿ ਜੋ ਅੱਜ ਮੋਦੀ ਸਾਹਿਬ ਵਿਦੇਸ਼ ਦੇ ਵਿੱਚ ਜੋ ਸਾਹਮਣਾ ਕਰ ਰਹੇ ਨਾ, ਉਹ ਇਹਨਾਂ ਨੇ ਕੀਤੀਆਂ ਜਿਹੜੀਆਂ ਹੁੰਦੇ ਅੱਗੇ ਆ ਰਹੀਆਂ। ਉਹ ਇਹੀ ਗੱਲ ਕਹਿ ਰਹੇ ਆ ਕਿ ਜੇ ਮੈਚ ਜਿਤਾਵੇ ਤੇ ਭਈ ਉਹ ਪੱਕਾ ਹਿੰਦੁਸਤਾਨੀ, ਤੇ ਜੇ ਗਲਤੀ ਨਾਲ ਕੈਚ ਛੁੱਟ ਜਾਏ ਉਹ ਖਾਲਿਸਤਾਨੀ ਬਣ ਗਿਆ ਔਰ ਉਹ ਮੁਲਕ ਦਾ ਬਣ ਗਿਆ ਜਿਹੜਾ ਮੁਲਕੀਆ ਨਹੀਂ। ਦੇਖੋ, ਮੈਂ ਸਭ ਤੋਂ ਪਹਿਲਾਂ ਤੇ ਬੇਅੰਤ ਵੀਰ ਜੀ ਤੁਹਾਡਾ ਸ਼ੁਕਰੀਆ ਕਰਦਾ ਕਿ ਤੁਸੀਂ ਚਰਨਜੀਤ ਖਾਲਸਾ ਸਾਹਿਬ ਨੂੰ ਮੀਡੀਆ ਦੇ ਸਾਹਮਣੇ ਲਿਆਂਦਾ। ਔਰ ਖਾਲਸਾ ਜੀ ਮੇਰੇ ਕਰੀਬੀ ਰਿਸ਼ਤੇਦਾਰ ਨੇ, ਮੈਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਕਿ ਭਾਈ ਕੋਈ ਤੇ ਬੰਦਾ ਯਾਰ ਜਿਹਨੇ ਬੀਜੇਪੀ 'ਚ ਗੱਲ ਕੀਤੀ ਵੀ ਇਹ ਗਲਤ ਹੈ, ਉਹ ਗਲਤ ਨੂੰ ਗਲਤ ਕਹਿਣਾ ਹੀ ਤੇ ਚਾਹੀਦਾ। ਅਜੇ ਕਿ ਉਹਨਾਂ ਨੇ ਬੜੇ ਬੇਬਾਕ ਤਰੀਕੇ ਨਾਲ ਆਪਣੀ ਗੱਲ ਵੀ ਕੀਤੀ। ਉਹਨਾਂ ਕਿਹਾ ਜੀ ਮੈਂ ਕੋਸ਼ਿਸ਼ ਕਰਾਂਗਾ ਇੱਕ ਦੇ ਨਾਲ ਗੱਲ ਕਰਕੇ ਕਿ ਯਸ਼ਪਾਲ ਸ਼ਰਮਾ ਜੀ ਨੂੰ ਮਾਫੀ ਮੰਗਾਂ। ਪਲੇਅਰ ਸਾਡਾ ਅਰਸ਼ਦੀਪ ਸਿੰਘ ਖੇਡ ਰਿਹਾ, ਭਾਈ ਪਲੇਅਰ ਦੀ ਕਿਹੜੀ ਜਾਤ ਹੁੰਦੀ ਹੈ? ਜਿਹੜੇ 11 ਮੈਂਬਰ ਹਨ ਉਹ ਹਿੰਦੁਸਤਾਨ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਠੀਕ ਹੈ, ਕੋਈ ਸਿੱਖ ਹੈ, ਕੋਈ ਹਿੰਦੂ ਹੈ, ਕੋਈ ਮੁਸਲਿਮ ਹੈ, ਕੋਈ ਕ੍ਰਿਸਚਨ ਹੈ। ਜਿਸ ਦਿਨ ਉਹਨੇ 3 ਵਿਕਟਾਂ ਲਈਆਂ ਤੇ ਤੁਸੀਂ ਡੀਪੀ ਲਗਾ ਲਈ ਵੀ ਹੀਰੋ ਆਫ ਇੰਡੀਆ, ਤੇ ਜੇ ਉਹਦੇ ਕੋਲੋਂ ਕੈਚ ਛੁੱਟ ਗਿਆ ਤੇ ਉਹ ਖਾਲਿਸਤਾਨੀ ਬਣ ਗਿਆ। ਇਹ ਕਿਸੇ ਇੱਕ ਧਰਮ ਦੀ ਗੱਲ ਨਹੀਂ ਹੈ, ਇਹ ਸਾਰਿਆਂ ਦੀ ਗੱਲ ਹੈ। ਕਿਉਂਕਿ ਜਿਸ ਤਰੀਕੇ ਨਾਲ ਉਹ ਕਰਨਾ ਚਾਹੁੰਦੇ ਨਾ, ਅਸੀਂ ਕਮਿਊਨਲਿਜ਼ਮ ਤੇ ਕਦੀ ਬਰਦਾਸ਼ਤ ਨਹੀਂ ਕਰਾਂਗੇ। ਸੈਕੂਲਰ ਸੀ ਹਾਂ ਤੇ ਰਵਾਂਗੇ। ਸੈਕੂਲਰਿਜ਼ਮ ਤੇ ਡੈਮੋਕ੍ਰੇਸੀ ਸਾਡੇ ਡੀਐਨਏ 'ਚ। ਉਹਨਾਂ ਨੇ ਇਹ ਗੱਲ ਕਹੀ ਮੇਅਰ ਸਾਹਿਬ ਨੂੰ ਕਿ ਤੁਸੀਂ ਇੱਕ ਡਿਕਟੇਟਰ ਰਾਜ ਜਿਹੜਾ ਹੈ ਜੰਮੂ ਮਿਊਨਿਸਪਲ ਕਾਰਪੋਰੇਸ਼ਨ ਚਲਾ ਰਹੇ ਹੋ, ਕਿਉਂਕਿ ਲੋਕਤੰਤਰ ਹੈ, ਲੋਕਾਂ ਦੇ ਜਿੱਤੇ ਹੋਏ ਨੁਮਾਇੰਦੇ ਇੱਥੇ ਹਨ। ਔਰ ਤੁਹਾਡੇ ਕੁਝ ਚੰਦ ਲੋਕਾਂ ਦੀ ਵਜ੍ਹਾ ਕਰਕੇ ਸਾਡੇ ਜਿਹੜੇ ਮਾਨਨੀय ਪ੍ਰਧਾਨ ਮੰਤਰੀ ਹਨ ਮੋਦੀ ਸਾਹਿਬ, ਉਹ ਜਿਸਲੇ ਵਿਦੇਸ਼ ਜਾਂਦੇ ਨਾ, ਉਹਨਾਂ ਨੂੰ ਉੱਥੇ ਉਹ ਲੋਕ ਸਵਾਲ ਕਰਦੇ ਨੇ ਜਾਂ ਉਹਨਾਂ ਨੂੰ ਉੱਥੇ ਕੁਝ ਐਸੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ। ਇਹਦੇ ਵਿੱਚ ਉਹਨਾਂ ਨੇ ਕੋਈ ਗਲਤ ਗੱਲ ਨਹੀਂ ਕਹੀ। ਔਰ ਜਿਸ ਤਰੀਕੇ ਦੇ ਨਾਲ ਉੱਥੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਜਿੱਥੇ ਕਾਰਪੋਰੇਟਰ ਨੇ, ਉਹਨਾਂ ਕੋਲ ਅਕਸਰੀਅਤ ਹੈ ਕਿਉਂਕਿ ਜੰਮੂ ਸ਼ਹਿਰ ਦੇ ਲੋਕਾਂ ਨੇ ਉਹਨਾਂ ਨੂੰ ਮੈਂਡੇਟ ਦਿੱਤਾ ਹੈ, ਉਹਨਾਂ ਨੇ ਉਸ ਇਸ਼ੂ ਨੂੰ ਡਿਲਿਊਟ ਕੀਤਾ ਔਰ ਮੋਦੀ ਜਿੰਦਾਬਾਦ ਦੇ ਨਾਰੇ ਲਾਣੇ ਸ਼ੁਰੂ ਕੀਤੇ ਵੀ ਉਹ ਮੇਰਾ ਵੀ ਪ੍ਰਧਾਨ ਮੰਤਰੀ ਹੈ, ਸਭ ਦਾ ਪ੍ਰਧਾਨ ਮੰਤਰੀ ਹੈ, ਤੁਹਾਡਾ ਵੀ ਹੈ, ਸਭ ਦਾ ਦੇਸ਼ ਸਾਡਾ ਸਭ ਦਾ। ਲੇਕਿਨ ਇੱਕ ਕਾਰਪੋਰੇਟਰ ਉਹਦੇ ਯਸ਼ਪਾਲ ਸ਼ਰਮਾ ਜੀ, ਉਹ ਕਹਿੰਦੇ ਨੇ ਕਿ ਇਹ ਖਾਲਿਸਤਾਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਫਿਰ ਉਸੇ ਵਿਸ਼ੇ ਤੇ ਗੱਲ ਕਰਨ ਵਾਸਤੇ ਆਏ ਹਾਂ ਜੋ ਤੁਸੀਂ ਪਰਸੋਂ ਤੋਂ ਸੋਸ਼ਲ ਮੀਡੀਆ ਤੇ ਸੁਣ ਰਹੇ ਹੋ। ਇੱਕ ਕਾਰਪੋਰੇਟਰ ਯਸ਼ਪਾਲ ਸ਼ਰਮਾ, ਜਿਨੇ ਜੰਮੂ ਮਿਊਨਿਸਪਲ ਕਾਰਪੋਰੇਸ਼ਨ ਦੇ ਹਾਊਸ ਪਰਸੋਂ ਇੱਕ ਸਾਡੇ ਸਿੱਖ ਕਾਰਪੋਰੇਟਰ ਯੁੱਧਵੀਰ ਸਿੰਘ ਜੀ ਨੂੰ ਇੱਕ ਟਿੱਪਣੀ ਕਰਕੇ ਔਰ ਇੱਕ ਉਹਨਾਂ ਨੂੰ ਤੰਜ ਕੱਸਿਆ ਸੀ। ਸ਼ਾਇਦ ਆਪਣੀ ਤਰਫੋਂ ਤੋਂ ਉਹਨਾਂ ਨੇ ਇਹੀ ਕੋਸ਼ਿਸ਼ ਕੀਤੀ ਕਿ ਮੈਂ ਇਹਨਾਂ ਨੂੰ ਕਿਸੇ ਤਰੀਕੇ ਵੀ ਪਰੇਸ਼ਾਨ ਕਰਾਂ, ਕਿਉਂਕਿ ਜਦੋਂ ਉਹਨਾਂ ਨੇ ਆਪਣੀ ਗੱਲ ਰੱਖੀ ਤਾਂ ਇਹਨਾਂ ਨੂੰ ਸ਼ਾਇਦ ਤਕਲੀਫ ਹੋਈ ਕਿ ਇਹ ਕਿਉਂ ਆਪਣੀ ਗੱਲ ਰੱਖ ਰਹੇ ਨੇ। ਔਰ ਉੱਥੇ ਉਹਨਾਂ ਨੂੰ ਇੱਕ ਖਾਲਿਸਤਾਨੀ ਕਿਹਾ ਗਿਆ ਔਰ ਮੈਨੂੰ ਲੱਗਦਾ ਨਹੀਂ ਸ਼ਾਇਦ ਉਹ ਆਪਣੀ ਹੋਸ਼ ਵਿੱਚ ਜਾਂ ਆਪਣੀ ਉਹਦੀ ਬੁੱਧੀ ਕਿੱਥੇ ਸੀ ਕਿ ਮੈਂ ਕਿੱਥੇ ਖੜਾ। ਇੱਕ ਹਾਊਸ 'ਚ ਖੜੇ ਹੋ ਕੇ ਉਹਨਾਂ ਨੇ ਬੇਤੁਕੀ ਗੱਲ ਕੀਤੀ ਔਰ ਉਸ ਗੱਲ ਨੂੰ ਲੈ ਕੇ ਅਸੀਂ ਕੱਲ੍ਹ ਚਰਨਜੀਤ ਸਿੰਘ ਖਾਲਸਾ ਜੀ ਨਾਲ ਗੱਲ ਕੀਤੀ। ਉਹਨਾਂ ਨੇ ਵੀ ਇੱਕ ਆਪਣੀ ਪਾਰਟੀ ਤੋਂ ਹਟ ਕੇ ਇਹਦੇ ਉੱਪਰ ਰੋਸ਼ ਜਤਾਇਆ ਔਰ ਕਿਹਾ ਕਿ ਮੈਂ ਆਪਣੇ ਪਾਰਟੀ ਦੇ ਉੱਚ ਅਧਿਕਾਰੀ ਜਿਹੜੇ ਨੇ ਉਹਨਾਂ ਨਾਲ ਗੱਲ ਕਰਾਂ ਔਰ ਮੇਰਾ ਵੀ ਇੱਕ ਅਹੁਦਾ ਹੈ ਪਾਰਟੀ 'ਚ ਔਰ ਮੇਰੀ ਗੱਲ ਸੁਣਾਉਂਦੀ ਹੈ ਔਰ ਮੈਂ ਪਾਰਟੀ 'ਚ ਜ਼ਰੂਰ ਗੱਲ ਕਰਾਂਗੀ ਉਹਨੂੰ ਪਾਰਟੀ 'ਚੋਂ ਜੇ ਕੋਈ ਐਕਸ਼ਨ ਹੋਏ ਜਾਂ ਉਹਨੂੰ ਪਾਰਟੀ ਤੋਂ ਕੱਢਿਆ ਜਾਏ। ਅਤੇ ਕੱਲ੍ਹ ਤੋਂ ਮੈਨੂੰ ਵੀਰ ਜੀ ਵਰਿੰਦਰਜੀਤ ਸਿੰਘ ਸੋਨੂ ਜੀ ਦੀ ਕਾਲ ਆਈ ਕਿ ਮੈਂ ਇਸ ਵਿਸ਼ੇ 'ਤੇ ਗੱਲ ਕਰਨਾ ਚਾਹੁੰਦਾ ਔਰ ਇਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਔਰ ਮੈਂ ਸ਼ਲਾਘਾ ਕਰਨਾ ਇਹਨਾਂ ਦੀ ਕਿ ਇਹਨਾਂ ਨੇ ਇਸ ਵਿਸ਼ੇ 'ਤੇ ਗੱਲ ਕੀਤੀ ਔਰ ਆਪਣੀ ਪਾਰਟੀ ਤੋਂ ਹਟ ਕੇ, ਰਾਜਨੀਤੀ ਤੋਂ ਹਟ ਕੇ ਇਹਨਾਂ ਨੇ ਇੱਕ ਸਮਾਜ 'ਚ ਅੱਛੇ ਨਾਗਰਿਕ ਹੋਣ ਦਾ ਇੱਕ ਫਰਜ਼ ਅਦਾ ਕੀਤਾ। ਔਰ ਵੀਰ ਜੀ ਨੇ ਅੱਜ ਸਾਡੇ ਨਾਲ ਗੱਲ ਕਰਨ ਵਾਸਤੇ ਟਾਈਮ ਸ਼ਾਇਦ ਸਾਡਾ ਸ਼ਡਿਊਲ ਹੋਇਆ ਅਤੇ ਅਸੀਂ ਸੋਚਿਆ ਕਿ ਵੀਰ ਜੀ ਨਾਲ ਗੱਲ ਕਰੀਏ। ਆਓ ਜਾਣਦੇ ਹਾਂ ਕਿ ਵੀਰ ਜੀ ਇਸ ਮੁੱਦੇ 'ਤੇ ਜਾਂ ਇਸ ਬਿਆਨ 'ਤੇ ਉਹਨਾਂ ਦਾ ਕੀ ਕਹਿਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇਸ ਇਸ਼ੂ ਨੂੰ ਮੈਂ ਸਮਝਦਾ ਜਦੋਂ ਦੀ ਇਹ ਗੱਲ ਹੋਈ ਹੈ ਤੁਸੀਂ ਇਸ ਨੂੰ ਪੂਰਾ ਉਠਾ ਰਹੇ ਹੋ ਔਰ ਲੋਕਾਂ ਤੱਕ ਆਪਣੇ ਇਸ ਚੈਨਲ ਦੇ ਰਾਹੀਂ ਆਵਾਜ਼ ਪਹੁੰਚਾ ਰਹੇ ਹੋ। ਗੱਲ ਇਹ ਹੈ ਕਿ ਸ਼ਨੀਵਾਰ ਨੂੰ ਜਦੋਂ ਜੰਮੂ ਮਿਊਨਿਸਪਲ ਕਾਰਪੋਰੇਸ਼ਨ ਦਾ ਹਾਊਸ ਲੱਗਿਆ ਤੇ ਉਸ ਹਾਊਸ ਦੇ ਵਿੱਚ ਜੋ ਹੋਇਆ ਉਹਦੀ ਪੂਰੀ ਜਾਣਕਾਰੀ ਹੋਣਾ ਦਰਸ਼ਕਾਂ ਨੂੰ ਜਾਂ ਸਾਡੇ ਦੇਖਣ ਵਾਲੇ ਸਰੋਤਿਆਂ ਨੂੰ ਬਹੁਤ ਜ਼ਰੂਰੀ ਹੈ।
ਹੋਇਆ ਇਹ ਹੈ ਕਿ ਪ੍ਰੋਫੈਸਰ ਯੁੱਧਵੀਰ ਸਿੰਘ ਜੀ ਜਿਹੜੇ ਕਿ ਵਾਰਡ ਨੰਬਰ 73 ਤੋਂ ਇੰਡੀਪੈਂਡੈਂਟ ਕਾਰਪੋਰੇਟਰ ਜਿੱਤੇ ਆ, ਉਹਨਾਂ ਨੇ ਕੁਝ ਸਵਾਲ ਸਨ ਆਪਣੇ ਇਲਾਕੇ ਦੇ, ਰੈਜ਼ੋਲੂਸ਼ਨ ਉਹਨਾਂ ਨੇ ਬਣਾ ਕੇ ਮੇਅਰ ਸਾਹਿਬ ਨੂੰ ਦਿੱਤੇ, ਕਿਉਂਕਿ ਜਿੱਤੇ ਨੁਮਾਇੰਦੇ ਨੇ ਉਹਨਾਂ ਦਾ ਫਰਜ਼ ਹੈ ਕਿ ਆਪਣੇ ਇਲਾਕੇ ਦੇ ਲੋਕਾਂ ਦੀ ਗੱਲ ਕਰਨੀ। ਔਰ ਉਹਨਾਂ ਦੇ ਜਿਹੜੇ ਉਹ ਸਵਾਲ ਸਨ ਉਹ ਹਾਊਸ ਦੀ ਕਾਰਵਾਈ 'ਚੋਂ ਡਿਲੀਟ ਕਰ ਦਿੱਤੇ ਗਏ। ਉਹਨਾਂ ਨੇ ਇਹ ਗੱਲ ਕਹੀ ਮੇਅਰ ਸਾਹਿਬ ਨੂੰ ਕਿ ਤੁਸੀਂ ਇੱਕ ਡਿਕਟੇਟਰ ਰਾਜ ਜਿਹੜਾ ਹੈ ਜੰਮੂ ਮਿਊਨਿਸਪਲ ਕਾਰਪੋਰੇਸ਼ਨ ਚਲਾ ਰਹੇ ਹੋ, ਕਿਉਂਕਿ ਇਹ ਲੋਕਤੰਤਰ ਹੈ, ਲੋਕਾਂ ਦੇ ਜਿੱਤੇ ਹੋਏ ਨੁਮਾਇੰਦੇ ਇੱਥੇ ਹਨ, ਔਰ ਤੁਹਾਡੇ ਕੁਝ ਚੰਦ ਲੋਕਾਂ ਦੀ ਵਜ੍ਹਾ ਕਰਕੇ ਸਾਡੇ ਜਿਹੜੇ ਮਾਨਨੀय ਪ੍ਰਧਾਨ ਮੰਤਰੀ ਹਨ ਮੋਦੀ ਸਾਹਿਬ, ਉਹ ਜਿਸ ਵੇਲੇ ਵਿਦੇਸ਼ ਜਾਂਦੇ ਨੇ ਉਹਨਾਂ ਨੂੰ ਉੱਥੇ ਉਹ ਲੋਕ ਸਵਾਲ ਕਰਦੇ ਨੇ ਜਾਂ ਉਹਨਾਂ ਨੂੰ ਉੱਥੇ ਕੁਝ ਐਸੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ। ਇਹਦੇ ਵਿੱਚ ਉਹਨਾਂ ਨੇ ਕੋਈ ਗਲਤ ਗੱਲ ਨਹੀਂ ਕਹੀ। ਔਰ ਜਿਸ ਤਰੀਕੇ ਦੇ ਨਾਲ ਉੱਥੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਜਿੱਥੇ ਕਾਰਪੋਰੇਟਰ ਨੇ ਉਹਨਾਂ ਕੋਲ ਅਕਸਰੀਅਤ ਹੈ, ਕਿਉਂਕਿ ਜੰਮੂ ਸ਼ਹਿਰ ਦੇ ਲੋਕਾਂ ਨੇ ਉਹਨਾਂ ਨੂੰ ਮੈਂਡੇਟ ਦਿੱਤਾ ਹੈ, ਉਹਨਾਂ ਨੇ ਉਸ ਇਸ਼ੂ ਨੂੰ ਡਿਲਿਊਟ ਕੀਤਾ ਔਰ ਮੋਦੀ ਜਿੰਦਾਬਾਦ ਦੇ ਨਾਰੇ ਲਾਣੇ ਸ਼ੁਰੂ ਕੀਤੇ ਵੀ ਉਹ ਮੇਰਾ ਵੀ ਪ੍ਰਧਾਨ ਮੰਤਰੀ ਹੈ, ਸਭ ਦਾ ਪ੍ਰਧਾਨ ਮੰਤਰੀ ਹੈ, ਤੁਹਾਡਾ ਵੀ ਹੈ, ਸਭ ਦਾ ਦੇਸ਼ ਸਾਡਾ ਸਭ ਦਾ। ਲੇਕਿਨ ਇੱਕ ਕਾਰਪੋਰੇਟਰ ਉਹਦੇ ਨੇ ਜਸ਼ਪਾਲ ਸ਼ਰਮਾ ਜੀ, ਉਹ ਕਹਿੰਦੇ ਨੇ ਕਿ ਇਹ ਖਾਲਿਸਤਾਨੀ ਹੈ। ਔਰ ਉਸ ਹਾਊਸ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਜਿੱਥੇ ਮੇਅਰ ਰਜਿੰਦਰ ਸ਼ਰਮਾ ਸਾਹਿਬ ਉਸ ਹਾਊਸ ਦੀ ਸਦਾਰਤ ਕਰ ਰਹੇ ਨੇ, ਜਿਹੜੇ ਕਿ ਫਸਟ ਸਿਟੀਜ਼ਨ ਜੰਮੂ ਹਨ। ਔਰ ਇੱਕ ਵੱਡੀ ਗੱਲ ਹੈ ਕਿ ਜਿਹੜਾ ਹਾਊਸ ਹੈ ਇਸ ਵਕਤ ਜੰਮੂ ਮਿਊਨਿਸਪਲ ਕਾਰਪੋਰੇਸ਼ਨ ਇੱਕ ਐਸਾ ਹਾਊਸ ਹੈ ਜਿਹੜਾ ਜੰਮੂ ਦੇ ਲੋਕਾਂ ਦੀ ਨੁਮਾਇੰਦਗੀ ਕਰਦਾ, ਕਿਉਂਕਿ ਅਸੈਂਬਲੀ ਦੇ ਹੈ ਨਹੀਂ ਔਰ ਚੁਣੇ ਹੋਏ ਜਿੱਤੇ ਹੋਏ ਲੋਕ ਨੂੰ ਪਾਰਟੀ ਮੈਂਡੇਟ ਦੇ ਲੋਕ ਜਿੱਤ ਕੇ ਉੱਥੇ ਗਏ ਹਨ। ਭਾਈ ਜਿਹੜੀ ਭਾਰਤੀ ਜਨਤਾ ਪਾਰਟੀ ਇੱਕ ਜਿੱਤੇ ਕਾਰਪੋਰੇਟਰ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਕਰ ਸਕਦੀ ਹੈ ਤੇ ਆਮ ਆਦਮੀ ਦੱਸੋ ਉੱਥੇ ਕਿੱਥੇ ਹੋਏਗਾ। ਭਾਈ ਉਹਨਾਂ ਨੇ ਉਹਨੂੰ ਖਾਲਿਸਤਾਨੀ ਕਿਹਾ। ਮੈਂ ਇਹ ਗੱਲ ਪੁੱਛਣਾ ਚਾਹੁੰਦਾ ਜਸ਼ਪਾਲ ਸ਼ਰਮਾ ਜੀ ਵੀ ਇਹ ਖਾਲਿਸਤਾਨ ਮੁਲਕ ਕਿੱਥੇ ਹੈ ਤੇ ਖਾਲਿਸਤਾਨੀ ਦਾ ਤੁਸੀਂ ਸਿਟੀਜ਼ਨ ਉਹਨਾਂ ਨੂੰ ਬਣਾ ਦਿੱਤਾ, ਉਹਨੇ ਕਿਹਾ ਕੀ ਹੈ? ਕਿਆ ਅੱਜ ਲੋਕਾਂ ਦੀ ਗੱਲ ਕਰਨਾ ਗੁਨਾਹ ਹੋ ਗਿਆ? ਕਿਆ ਅੱਜ ਦੇਸ਼ ਇਤਨੇ ਕਮਿਊਨਲ ਤਰੀਕੇ ਦੇ ਨਾਲ ਬੀਜੇਪੀ ਚਲਾਉਣਾ ਚਾਹੁੰਦੀ ਹੈ ਕਿ ਜਿੱਤੇ ਕਾਰਪੋਰੇਟਰ ਜਿਹੜਾ 4.5 ਸਾਲ ਤੋਂ ਉੱਥੇ ਕਾਰਪੋਰੇਟਰ ਹੈ ਔਰ ਇਸ ਦੇਸ਼ ਦੇ ਆਇਨ ਦੀ ਕਸਮ ਖਾ ਕੇ 4.5 ਸਾਲ ਤੋਂ ਕੰਮ ਕਰ ਰਿਹਾ ਔਰ ਤੁਹਾਡੇ ਨਾਲ ਬੈਠਾ, ਜਿਸ ਤਰ੍ਹਾਂ ਜਸ਼ਪਾਲ ਸ਼ਰਮਾ ਜੀ ਕਾਰਪੋਰੇਟਰ ਜਿੱਤ ਕੇ ਆਏ ਨੇ, ਇਸੇ ਤਰ੍ਹਾਂ ਪ੍ਰੋਫੈਸਰ ਯੁੱਧਵੀਰ ਸਿੰਘ ਜੀ ਵੀ ਜਿੱਤ ਕੇ ਆਏ ਨੇ। ਔਰ ਅਸੀਂ ਇਸ ਗੱਲ ਨੂੰ ਸਮਝਿਆ ਕਿ ਭਈ ਇਹ ਲੋਕਤੰਤਰ ਦਾ ਕਤਲ ਤੇ ਹੈ ਹੀ ਹੈ, ਲੇਕਿਨ ਇਹ ਕਮਿਊਨਲ ਤਾਕਤਾਂ ਇੱਕ ਫਿਰਕਾ ਪ੍ਰਸਤੀ ਦੀ ਖੇਡ ਹੈ ਕਿ ਲੋਕਾਂ ਦੇ ਮੁੱਦਿਆਂ ਦੇ ਧਿਆਨ ਹਟਾਉਣ ਵਾਸਤੇ ਜਾਣਬੁੱਝ ਕੇ, ਕਿਉਂਕਿ ਇੱਕ ਚਾਣਕਿਆ ਨੀਤੀ ਇਹ ਗੱਲ ਕਹਿੰਦੀ ਹੈ ਕਿ ਜਦੋਂ ਰਾਜਾ ਹਰ ਕੰਮ ਵਿੱਚ ਫੇਲ ਹੋ ਜਾਏ ਨਾ ਤੇ ਲੋਕਾਂ ਨੂੰ ਧਰਮ ਦੇ ਨਾਮ ਤੇ ਭੜਕਾ ਦਿਓ। ਭਾਈ ਇਹਨਾਂ ਨੇ ਮੈਨੂੰ ਇਹ ਗੱਲ ਦੱਸੋ, ਅਗਰ ਕੋਈ ਮੁਸਲਿਮ ਕਾਰਪੋਰੇਟਰ ਜਿੱਤਿਆ ਹੋਏਗਾ ਉਹ ਗੱਲ ਕਰੇਗਾ ਤਾਂ ਪਾਕਿਸਤਾਨੀ ਹੋ ਜਾਏਗਾ, ਉਹ ਆਈਐਸਆਈ ਦਾ ਏਜੰਟ ਹੋ ਜਾਏਗਾ। ਜੇ ਸਰਦਾਰ ਜਿੱਤਿਆ ਉਹ ਖਾਲਿਸਤਾਨੀ ਬਣ ਗਿਆ, ਹੋਰ ਪਤਾ ਨਹੀਂ ਕਿਹੜੇ ਸਤਾਨੀ ਬਣਾਉਣਗੇ। ਮੈਂ ਇਹਨਾਂ ਨੂੰ ਇਹ ਚੀਜ਼ ਪੁੱਛਣਾ ਚਾਹੁੰਦਾ, ਬੀਜੇਪੀ ਦੇਸ਼ ਤੇ ਨਹੀਂ ਹੈ ਨਾ, ਦੇਸ਼ ਸਾਡਾ ਸਾਰਿਆਂ ਦਾ। ਇੱਕ ਆਦਮੀ ਜਿੱਤ ਕੇ ਆਇਆ, ਤੁਸੀਂ ਉਸ ਦੀ ਗੱਲ ਸੁਣਨਾ ਨਹੀਂ ਚਾਹੁੰਦੇ ਔਰ ਉਸ ਨੂੰ ਖਾਲਿਸਤਾਨੀ ਕਿਹਾ ਜਾਂਦਾ। ਔਰ ਐਸੇ ਆਦਮੀ ਨੂੰ ਜਿਹੜਾ ਪਹਿਲਾਂ ਇੱਕ ਪ੍ਰੋਫੈਸਰ ਰਿਟਾਇਰ ਆਏ ਨੇ ਔਰ ਮੇਰਾ ਖਿਆਲ ਹੈ ਕਿ ਹਜ਼ਾਰਾਂ ਬੱਚੇ ਜੰਮੂ ਸ਼ਹਿਰ 'ਚ ਉਹਨਾਂ ਨੇ ਪੜ੍ਹਾਏ ਹੋਣਗੇ, ਅੱਜ ਉਹਨਾਂ ਦੇ ਪੜ੍ਹੇ ਕੋਈ KS ਹੋਏਗਾ, ਹੋ ਸਕਦਾ ਕੋਈ IS ਵੀ ਹੋਵੇ। ਨਹੀਂ, ਮੈਂ ਵੀ ਤਾਂ ਗੱਲ ਕਹਿ ਰਿਹਾ ਵੀ ਇਹ ਪਤਾ ਕਰੋ ਨਾ, ਖਾਲਿਸਤਾਨ ਦੀ ਕਿਸੇ ਨੂੰ ਐਜੂਕੇਸ਼ਨ ਨਹੀਂ ਦਿੱਤੀ। ਮੈਂ ਖੁਦ ਜਿਹੜਾ ਮੈਂ ਉਹਨਾਂ ਕੋਲ ਪੜ੍ਹਿਆ ਕਮਰਸ ਕਾਲਜ ਦੇ ਵਿੱਚ, ਪਾਰਟ ਫਸਟ ਦੇ ਵਿੱਚ। ਮੈਂ ਜਦੋਂ ਉੱਥੇ ਗਿਆ ਐਡਮਿਸ਼ਨ ਲੈ ਕੇ, ਮੈਂ ਉਹਨਾਂ ਕੋਲ ਕਾਲਜ ਵੀ ਪੜ੍ਹਿਆ, ਉਹਨਾਂ ਕੋਲ ਟਿਊਸ਼ਨ ਵੀ ਪੜ੍ਹਿਆ। ਮੈਂ ਬੜੀ ਰਿਸਪੈਕਟ ਕਰਦਾ ਕਿਉਂਕਿ ਉਹ ਉਸਤਾਦ ਹਨ ਜਿਨ੍ਹਾਂ ਨੂੰ ਕਹਿ ਸਕੀਏ। ਔਰ ਹਜ਼ਾਰਾਂ ਬੱਚੇ ਮੇਰੇ ਨਾਲ ਪੜ੍ਹਦੇ, ਕਈ ਲੋਕ ਅੱਜ ਕੋਈ KS ਵੀ ਕਰ ਚੁੱਕੇ ਹਨ, ਕੋਈ ਤਹਿਸੀਲਦਾਰ ਉਹ ਕਿੱਥੇ ਉਹਨਾਂ ਕੋਲ ਪੜ੍ਹ ਕੇ ਗਏ ਹਨ। ਕਿਆ ਉਹਨਾਂ ਦੀ ਸਿੱਖਿਆ ਲੈ ਕੇ ਉਹ ਖਾਲਿਸਤਾਨੀ ਲਫ਼ਜ਼ ਉਹਨਾਂ ਨੇ ਜਿਹੜਾ ਉਹਨਾਂ ਨੇ ਅੱਜ ਤੱਕ ਤੇ ਕੋਈ ਗੱਲ ਨਹੀਂ ਕੀਤੀ। ਦੂਜੀ ਗੱਲ ਮੈਂ ਪੁੱਛਣਾ ਚਾਹੁੰਦਾ ਰਜਿੰਦਰ ਸ਼ਰਮਾ ਸਾਹਿਬ ਨੂੰ, ਇੱਕ ਨਾਰਾ ਦਿੰਦੇ ਨਾ ਸਭ ਕਾ ਸਾਥ ਤੇ ਸਭ ਕਾ ਵਿਕਾਸ। ਭਾਈ ਇਹ ਕਿੱਥੇ ਗਿਆ ਸਭ ਕਾ ਸਾਥ ਤੇ ਸਭ ਕਾ ਵਿਕਾਸ? ਜੰਮੂ ਸ਼ਹਿਰ ਦੇ ਅੰਦਰ ਮੇਰਾ ਖਿਆਲ 6-7 ਕਾਰਪੋਰੇਟਰ ਸਿੱਖ ਕਮਿਊਨਿਟੀ ਨਾਲ ਤਾਲੁਕ ਰੱਖਦੇ ਆ, ਅਲੱਗ-ਅਲੱਗ ਪੋਲੀਟੀਕਲ ਪਾਰਟੀਆਂ ਦੇ ਹੋਣਗੇ। ਮੇਰੀ ਯੁੱਧਵੀਰ ਸਿੰਘ ਸਾਹਿਬ ਨਾਲ ਕੋਈ ਪੋਲੀਟੀਕਲ ਐਫੀਲੀਏਸ਼ਨ ਨਹੀਂ, ਉਹ ਆਪਣੀ ਇੰਡੀਪੈਂਡੈਂਟ ਨਾਲ, ਅਸੀਂ ਕਿਸੇ ਹੋਰ ਪਾਰਟੀ ਨਾਲ। ਲੇਕਿਨ ਜਦੋਂ ਗੱਲ ਆਵੇਗੀ ਸਿਧਾਂਤ ਦੀ, ਜਦੋਂ ਗੱਲ ਆਵੇਗੀ ਡੈਮੋਕ੍ਰੇਸੀ ਦੀ, ਜਦੋਂ ਗੱਲ ਆਵੇਗੀ ਸਾਨੂੰ ਇਸ ਤਰ੍ਹਾਂ ਨਾਲ, ਭਾਈ ਤੁਸੀਂ ਇੱਕ ਪਾਸੇ ਪਹਿਲਾਂ ਗੱਲ ਤੇ ਮੈਂ ਸਮਝਦਾ ਕਿ ਜਸ਼ਪਾਲ ਸ਼ਰਮਾ ਨੂੰ ਜਦ ਇਤਿਹਾਸ ਦਾ ਪਤਾ ਨਹੀਂ। ਭਾਈ ਅਸੀਂ ਦੇਸ਼ ਭਗਤ ਲੋਕ, ਇਸ ਮੁਲਕ ਨੂੰ ਯਾਦ ਕਰਾਉਣ ਵਾਸਤੇ ਸਾਡੀ ਕਮਿਊਨਿਟੀ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ, ਛੋਟੀਆਂ ਨਹੀਂ ਬਹੁਤ ਵੱਡੀਆਂ। 47 ਦਾ ਤੁਸੀਂ 47 ਤੋਂ ਪੜ੍ਹ ਕੇ ਤੁਸੀਂ ਦੇਖ ਲਓ, ਅਗਰ ਫਾਂਸੀ 126 ਲੋਕ ਲੱਗੇ ਤੇ ਸ਼ਾਇਦ 97-98 ਜਿਹੜੇ। ਔਰ ਮੈਨੂੰ ਫਖਰ ਹੈ ਕਿ ਮੈਂ ਉਸ ਕੌਮ ਤੋਂ ਆਉਣਾ ਕਿ ਜਿਨ੍ਹਾਂ ਨੇ ਇਸ ਦੇਸ਼ ਦੀ ਸੇਵਾ ਕੀਤੀ, ਕਿਉਂਕਿ ਦੇਸ਼ ਭਗਤੀ ਸਾਡੇ ਖੂਨ ਦੇ ਵਿੱਚ ਹੈ। ਅਸੀਂ ਗਰਦਨ ਕਟਾ ਸਕਦੇ ਹਾਂ ਲੇਕਿਨ ਝੁਕਾ ਨਹੀਂ ਸਕਦੇ। ਇਸ ਦੇਸ਼ ਵਾਸਤੇ ਸਾਡੇ ਬਜ਼ੁਰਗਾਂ ਪਹਿਲਾਂ ਵੀ ਕੁਰਬਾਨੀਆਂ ਕੀਤੀਆਂ ਤੇ ਹੁਣ ਵੀ ਕਰ ਰਹੇ ਨੇ। ਲੇਕਿਨ ਉਹ ਪਾਰਟੀ ਦਾ ਕਾਰਪੋਰੇਟਰ ਜਿਨ੍ਹਾਂ 50 ਸਾਲ ਤਿਰੰਗਾ ਹੀ ਨਹੀਂ ਲਹਿਰਾਇਆ ਆਪਣੇ ਦਫ਼ਤਰ ਅੰਦਰ, ਅੱਜ ਉਹ ਦੇਸ਼ ਭਗਤੀ ਦਾ ਸਰਟੀਫਿਕੇਟ ਵੰਡੀ ਜਾਂਦੇ ਹਨ। ਮੈਂ ਪੁੱਛਣਾ ਚਾਹੁੰਦਾ ਬੀਜੇਪੀ ਦੇ ਰਵਿੰਦਰ ਰੈਨਾ ਸਾਹਿਬ ਤੁਹਾਨੂੰ ਵੀ ਤੇ ਜਨਾਬ ਹੋਮ ਮਿਨਿਸਟਰ ਸਾਹਿਬ ਨੂੰ ਵੀ ਔਰ ਇਹਨਾਂ ਦੇ ਨੈਸ਼ਨਲ ਪ੍ਰੈਜ਼ੀਡੈਂਟ JP ਨੱਡਾ ਸਾਹਿਬ ਨੂੰ, ਬਈ ਇਹ ਮੋਹਰਾਂ ਕਿਹਨੇ ਦਿੱਤੀਆਂ ਇਹਨਾਂ ਨੂੰ ਵੀ ਜਿਹਨੂੰ ਮਰਜ਼ੀ, ਜਿਹਦੀ ਮਰਜ਼ੀ ਤੁਸੀਂ ਨੈਸ਼ਨਲਿਟੀ ਚੈੱਕ ਕਰ ਲੈਂਦੇ ਹੋ, ਜਿਹਦੀ ਮਰਜ਼ੀ ਤੁਸੀਂ ਉਹਨੂੰ ਕਿਸੇ ਮੁਲਕ ਦਾ ਬਣਾ ਦਿੰਦੇ ਹੋ। ਬਈ ਉਹ ਗੱਲ ਜੰਮੂ ਦੇ ਲੋਕਾਂ ਦੀ ਕਰ ਰਿਹਾ, ਉਹਨੂੰ ਤੁਸੀਂ ਖਾਲਿਸਤਾਨੀ ਬਣਾਤਾ। ਵੀ ਖਾਲਿਸਤਾਨ ਹੈ ਕਿੱਥੇ? ਪਰ ਕਿਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਸੀ? ਦੇਖੋ ਕੁਝ ਲੋਕ ਨਾ ਫੇਸਬੁੱਕ ਤੇ ਫੇਕ ਆਈਡੀਜ਼ ਚੋਂ ਕੱਢਦੇ ਨੇ ਜੀ, ਦੇਖੋ ਇਹਨਾਂ ਕਿਸੇ ਨੇ ਖਾਲਿਸਤਾਨ ਲਿਖ ਦਿੱਤਾ, ਕਿਸੇ ਨੇ ਕਿਸੇ ਨੂੰ ਪ੍ਰਵੋਕ ਕੀਤਾ ਹੈ ਲਿਖ ਕੇ। ਹੁਣ ਇੱਕ ਚੁਣਿਆ ਹੋਇਆ ਨੁਮਾਇੰਦਾ ਇੱਕ ਪਾਰਟੀ ਦਾ, ਜਿਹਨੂੰ ਲੋਕਾਂ ਨੇ ਚੁਣ ਕੇ ਲਿਆਂਦਾ, ਜੋ ਹਾਊਸ ਬੈਠਾ ਹੈ ਜੰਮੂ ਮਿਊਨਿਸਪਲ ਕਾਰਪੋਰੇਸ਼ਨ 'ਚ, ਜਦੋਂ ਉਹਨੇ
ਆਪਣੀ ਜ਼ੁਬਾਨ ਤੋਂ ਸਾਡੇ ਇੱਕ ਵੀਰ ਨੂੰ ਖਾਲਿਸਤਾਨੀ ਕਿਹਾ ਤੇ ਸ਼ਾਇਦ ਉਹਦੇ ਉੱਪਰ ਕੋਈ ਕਾਰਵਾਈ ਨਹੀਂ ਬਣਦੀ, ਉਹ ਬਣਦੀ ਸੀ। ਤੇ ਮੈਨੂੰ ਨਹੀਂ ਲੱਗਦਾ ਉੱਥੇ ਨਾ ਕੁਝ ਕਾਰਪੋਰੇਟਰ ਵੀਰਾਂ ਨੇ ਸਾਥ ਦਿੱਤਾ, ਮੈਂ ਉਹਨਾਂ ਦਾ ਧੰਨਵਾਦ ਕਰਨਾ। ਉਹਨਾਂ ਨੇ ਆਪਣੀ ਪਾਰਟੀ ਤੋਂ ਹਟ ਕੇ, ਆਪਣੇ ਰਿਲੀਜਨ ਤੋਂ ਹਟ ਕੇ ਉਹਨਾਂ ਨੇ ਗਲਤ ਔਰ ਸੱਚ ਨੂੰ ਦੱਸਿਆ ਕਿ ਕਹਿੰਦੇ ਨੇ ਹਿੰਮਤ ਰੱਖਣੀ ਚਾਹੀਦੀ ਸੱਚ ਨੂੰ ਸੱਚ ਕਹਿਣ ਦੀ ਔਰ ਗਲਤ ਨੂੰ ਗਲਤ ਕਹਿਣ ਦੀ। ਪਰ ਉੱਥੇ ਮੈਂ ਦੇਖਿਆ ਕੁਝ ਕਾਰਪੋਰੇਟਰ ਉਹਨਾਂ ਨਾਲ ਖੜੇ ਸੀ, ਉਹ ਕਹਿੰਦੇ ਨੇ ਦਿਨ ਹੈ, ਹਾਂ ਦਿਨ ਹੈ, ਰਾਤ ਹੈ, ਰਾਤ ਹੈ। ਉਹ ਜੋ ਕਹਿ ਰਹੇ ਉਹਨਾਂ ਦੇ ਨਾਲ ਹਾਮੀ ਭਰ ਰਹੇ, ਪਰ ਉਹ ਇਹ ਨਹੀਂ ਕਹਿ ਰਹੇ ਕਿ ਸਾਨੂੰ ਇੱਥੇ ਗੱਲ ਨਹੀਂ ਕਰਨੀ ਚਾਹੀਦੀ। ਸਾਨੂੰ ਠੀਕ ਹੈ ਕਹਿੰਦੇ ਨੇ ਸਟਰੋਂਗ ਕੰਪੀਟੀਟਰ ਬਣ ਜਾਓ, ਹੈਲਦੀ ਡਿਸਕਸ਼ਨ ਕਰੋ, ਨਾ ਕਿ ਤੁਸੀਂ ਜਾ ਕੇ ਟਿੱਪਣੀ ਪਾਰਟਿਕੂਲਰ ਕਿਸੇ ਕਮਿਊਨਿਟੀ ਨੂੰ ਲੈ ਕੇ ਤੁਸੀਂ ਟਿੱਪਣੀ ਕਰੋ। ਔਰ ਰਹੀ ਗੱਲ ਜਿਹੜੀ ਮੇਅਰ ਸਾਹਿਬ ਨੇ ਵੀ ਕੱਲ੍ਹ ਇੱਕ ਬੜਾ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਨੇ ਵੀ ਇੱਕ ਸਿਆਣਤ ਵਰਤੀ। ਉਹਨਾਂ ਨੇ ਵੀ ਕੀ ਕੀਤਾ, ਜਿਹੜੇ ਉੱਥੇ ਹੁੰਦੇ ਨੇ ਸਿਕਿਉਰਿਟੀ ਸ਼ਾਇਦ ਨਾ, ਉਹਨਾਂ ਨੂੰ ਬੁਲਾ, ਮਾਰਸ਼ਲ ਜਿਹਨਾਂ ਨੂੰ ਕਹਿੰਦੇ, ਉਹਨਾਂ ਨੂੰ ਬੁਲਾ ਕੇ ਤੇ ਕਿਹਾ ਜੀ ਇਹਨਾਂ ਨੂੰ ਇनको ਬਾਹਰ ਨਿਕਾਲ ਦਿਓ। ਇਹ ਤੇ ਅਸੀਂ ਸ਼ਾਇਦ ਆਪਣੇ ਆਪ 'ਚ ਵੀ ਸ਼ਰਮ ਮਹਿਸੂਸ ਹੋ ਰਹੀ ਕਿ ਅਸੀਂ ਕਿਸ ਸਮਾਜ 'ਚ ਰਹਿ ਰਹੇ ਹਾਂ। ਔਰ ਇੱਕ ਜੰਮੂ 'ਚ ਚੁਣਿਆ ਹੋਇਆ ਇੱਕ ਮੇਅਰ ਜਿਹਨੂੰ ਅਸੀਂ ਕਹਿੰਦੇ ਸ਼ਹਿਰ ਦਾ ਜਿਹੜਾ ਸਿਟੀਜ਼ਨ ਕਹਿੰਦੇ ਉਹਨੂੰ ਹੈ ਨਾ, ਫਸਟ ਸਿਟੀਜ਼ਨ ਕਹਿੰਦੇ ਆ, ਤੇ ਉਹਨਾਂ ਤਰਫੋਂ ਇਹੋ ਜਿਹਾ ਰਵੱਈਆ ਉਹ ਸ਼ਾਇਦ ਅਫਸੋਸਜਨਕ ਹੈ। ਮੈਂ ਵੀਰ ਜੀ ਨੂੰ ਚਾਹੁੰਦਾ ਮੇਅਰ ਸਾਹਿਬ ਨੂੰ ਇੱਕ ਛੋਟਾ ਜਿਹਾ ਜ਼ਰੂਰ ਮੈਸੇਜ ਦਿਓ, ਅਗਰ ਉਹ ਤਾਂ ਆਪ ਜੀ ਨੂੰ ਸੁਣ ਰਹੇ ਨੇ। ਦੇਖੋ, ਮੇਅਰ ਸਾਹਿਬ ਬਾਰੇ ਮੈਂ ਕਹਿਣਾ ਚਾਹੁੰਦਾ, ਮੈਂ ਮੇਅਰ ਸਾਹਿਬ ਨੂੰ ਪਰਸਨਲੀ ਵੀ ਜਾਣਦਾ ਸਾਂ, ਤਾਂ ਮੈਂ ਸਮਝਦਾ ਹਾਂ ਕਿ ਸ਼ਾਇਦ ਚੇਂਜ ਆ ਕੇ ਆਏ ਹਨ ਤੇ ਕੁਝ ਅੱਛਾ ਕਰਨਗੇ। ਲੇਕਿਨ ਇੱਕ ਗੱਲ ਇਹ ਹੈ ਕਿ ਮੇਅਰ ਸਾਹਿਬ ਦੀ ਸਦਾਰਤ ਦੇ ਵਿੱਚ ਇੱਕ ਜਿੱਤੇ ਕਾਰਪੋਰੇਟਰ ਨੂੰ ਖਾਲਿਸਤਾਨੀ ਕਹਿਤਾ, ਔਰ ਮੇਅਰ ਸਾਹਿਬ ਦੇ ਮੈਂ ਬਿਆਨ ਸੁਣ ਕੇ ਹੈਰਾਨ ਹਾਂ। ਉਹ ਕਹਿ ਕੀ ਰਹੇ ਹਨ? ਉਹ ਕਹਿ ਰਹੇ ਨਹੀਂ ਜੀ ਐਸੀ ਗੱਲ ਕਿਤੇ ਹੋਈ ਨਹੀਂ। ਭਾਈ ਅਗਰ ਐਸੀ ਗੱਲ ਨਹੀਂ ਹੋਈ ਤੇ ਮੀਡੀਆ ਝੂਠ ਮਾਰ ਰਿਹਾ, ਉੱਥੇ ਜਿੱਤੇ ਕਾਰਪੋਰੇਟਰ ਝੂਠ ਮਾਰ ਰਹੇ। ਔਰ ਬਾਕੀ ਗੱਲ ਮੈਂ ਇੱਥੇ ਕਹਿਣਾ ਚਾਹਾਂਗਾ ਕਿ ਜਿਤਨੇ ਕਾਰਪੋਰੇਟਰ ਤੇ ਜਿੱਤ ਕੇ ਗਏ ਉਹਨਾਂ ਸੰਵਿਧਾਨ ਦੀ ਕਸਮ ਕੀਤੀ ਹੈ ਭਈ ਅਸੀਂ ਇਸ ਦੇਸ਼ ਮਤਲਬ ਇਸ ਮਿਊਨਿਸਪੈਲਿਟੀ ਲਈ ਜਾਂ ਜੰਮੂ ਦੇ ਲੋਕਾਂ ਲਈ ਅਸੀਂ ਜਿਹੜੇ ਆਪਣੇ ਕਾਰਜ ਅਨੁਸਾਰ ਕੰਮ ਕਰਾਂਗੇ। ਭਈ ਉਹਨਾਂ ਨੇ ਤਾਂ ਜਿਨ੍ਹਾਂ ਲੋਕਾਂ ਨੇ ਸੱਚ ਦੀ ਆਵਾਜ਼ ਦਿੱਤੀ ਉਹਨਾਂ ਨੂੰ ਅਫਰੀਨ ਹੈ, ਜਿਨ੍ਹਾਂ ਨੇ ਸੱਚ ਦੇ ਨਾਲ ਖੜੇ ਹੋਏ। ਤੇ ਕੁਝ ਲੋਕ ਆਪਣੀ ਚੌਧਰ ਵਾਸਤੇ ਝੂਠ ਨੂੰ ਵੀ ਸੱਚ ਕਹਿਣ ਲੱਗ ਪਏ। ਭਾਈ ਮੇਰੀ ਗੱਲ ਸੁਣੋ, ਮੈਂ ਇਹ ਗੱਲ ਕਹਿਣਾ, ਅਗਰ ਮੈਂ ਕੋਈ ਗਲਤ ਕਰਦਾ ਤਾਂ ਮੈਨੂੰ ਗਲਤ ਕਹਿਣਾ ਚਾਹੀਦਾ। ਮੇਅਰ ਸਾਹਿਬ ਦੀ ਮੈਂ ਗਲਤੀ ਮੰਨਾਂਗਾ ਕਿ ਤੁਸੀਂ ਲੋਕਤੰਤਰ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਉਹ ਆਪਣੇ ਇਲਾਕੇ ਦੇ ਮਸਲੇ ਉਠਾ ਰਹੇ ਸੀ। ਅਗਰ ਕਿਸੇ ਕਾਰਪੋਰੇਟਰ ਨੇ ਕਹਿਤਾ ਤੁਸੀਂ ਸਦਾਰਤ ਕਰ ਰਹੇ ਹੋ, ਤੁਸੀਂ ਉਹਨੂੰ ਕਹਿਣਾ ਚਾਹੀਦਾ ਜੀ ਆਪਣੇ ਲਫ਼ਜ਼ ਵਾਪਸ ਲੈ। ਇਹ ਲਫ਼ਜ਼ ਜਿਹੜੇ ਉਸ ਦੀ ਕਾਰਵਾਈ ਦੇ ਵਿੱਚ ਗਿਣੇ ਨਹੀਂ ਜਾਣਗੇ, ਜਾਂ ਤਾਂ ਮਾਫੀ ਮੰਗ। ਭਈ ਅਗਰ ਨਹੀਂ ਇਹ ਕਾਰਪੋਰੇਟਰ ਤੇ ਮੇਅਰ ਸਾਹਿਬ ਹੀ ਕਹਿ ਦਿੰਦੇ ਵੀ ਮਾਫੀ ਮੰਗ ਲੈਂਦੇ। ਉਹ ਕਹਿੰਦੇ ਕਿ ਅਗਰ ਕਿਸੇ ਦੀ ਗੱਲ ਨਾਲ ਤੁਹਾਡੀ ਕੋਈ ਸੈਂਟੀਮੈਂਟ ਭੜ ਗਏ ਤਾਂ ਮੈਂ, ਔਰ ਉਲਟਾ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਜਿਹੜੀ, ਮੈਂ ਇੱਕ ਗੱਲ ਤੁਹਾਨੂੰ ਦੱਸਦਾ ਬੀਜੇਪੀ ਬਾਰੇ, ਇਹ ਉਹੀ ਹੈ ਨਾ ਜਿਹੜੇ ਉਹ ਓਲੰਪਿਕ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੂੰ ਇਸ ਵੇਲੇ ਤੱਕ ਬਚਾ ਰਹੇ। ਸੁਪਰੀਮ ਕੋਰਟ ਜਿਹਨੇ ਇੰਟਰਵੈਨ ਕੀਤਾ ਨਾ, FIR ਰਜਿਸਟਰ ਕੀਤੀ, ਅੱਜ ਤੱਕ ਉਹ ਬੰਦਾ ਨਹੀਂ ਹੋਇਆ, ਅਰੈਸਟ ਨਹੀਂ ਹੋ ਸਕਿਆ। ਇਤਨਾ ਵੱਡਾ ਰੇਲ ਹਾਦਸਾ ਹੋ ਗਿਆ ਤੇ ਰੇਲਵੇ ਮੰਤਰੀ ਨੂੰ ਕਿਸੇ ਨੇ ਪੁੱਛਿਆ? ਇਤਨੀ ਲੂਟ ਕਸੂਟ ਇਹਨਾਂ ਨੇ ਕੀਤੀ ਹੈ, ਜਿਸ ਤਰ੍ਹਾਂ ਦੇ ਨਾਲ ਭਲਵਾਨਾਂ ਦੇ ਨਾਲ ਕੀਤਾ ਗਿਆ। ਔਰ ਇੱਕ ਹਾਂ ਮੈਂ ਉਸ ਤੇ ਆ ਰਿਹਾ, ਇੱਕ ਪਲੇਅਰ ਸਾਡਾ ਅਰਸ਼ਦੀਪ ਸਿੰਘ ਖੇਡ ਰਿਹਾ। ਭਾਈ ਪਲੇਅਰ ਦੀ ਕਿਹੜੀ ਜਾਤ ਹੁੰਦੀ ਹੈ? ਜਿਹੜੇ 11 ਮੈਂਬਰ ਹਨ ਉਹ ਹਿੰਦੁਸਤਾਨ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਠੀਕ ਹੈ, ਕੋਈ ਸਿੱਖ ਹੈ, ਕੋਈ ਹਿੰਦੂ ਹੈ, ਕੋਈ ਮੁਸਲਿਮ ਹੈ, ਕੋਈ ਕ੍ਰਿਸਚਨ ਹੈ। ਜਿਸ ਦਿਨ ਉਹਨੇ 3 ਵਿਕਟਾਂ ਲਈਆਂ ਤੇ ਤੁਸੀਂ DP ਲਗਾ ਲਈ ਵੀ ਹੀਰੋ ਆਫ ਇੰਡੀਆ, ਤੇ ਜੇ ਉਹਦੇ ਕੋਲੋਂ ਕੈਚ ਛੁੱਟ ਗਿਆ ਤੇ ਉਹ ਖਾਲਿਸਤਾਨੀ ਬਣ ਗਿਆ। ਯਾਰ ਮੈਂ ਇਹ ਸਮਝਦਾ ਕਿ BJP ਕਰਨਾ ਕੀ ਚਾਹੁੰਦੀ ਹੈ, ਸਾਨੂੰ ਇਹ ਤਾਂ ਸਮਝਾ ਦਿਓ ਕਿ ਜਿਸ ਦਿਨ ਉਸਨੇ 3 ਵਿਕਟਾਂ ਲਈਆਂ, ਮੈਚ ਜਿਤਾਤਾ, ਤੇ ਭਾਈ ਉਸ ਦਿਨ ਤੇ ਉਹ ਪੱਕਾ ਹਿੰਦੁਸਤਾਨੀ। ਤੇ ਜੇ ਉਹਦੇ ਕੋਲੋਂ ਕੈਚ ਛੁੱਟ ਗਿਆ, ਕਿਆ ਇਹਨਾਂ ਨੇ ਅੱਜ ਤੱਕ ਕਿਸੇ ਦੂਜੇ ਪਲੇਅਰ ਨੂੰ ਇਹ ਗੱਲ ਕਹੀ ਹੈ? ਜੇ ਤੁਸੀਂ ਕਿਤੇ ਦੂਜੇ, ਮੈਂ ਕਹਿੰਦਾ ਕਿ ਜੋ ਅੱਜ ਮੋਦੀ ਸਾਹਿਬ ਵਿਦੇਸ਼ ਦੇ ਵਿੱਚ ਜੋ ਸਾਹਮਣਾ ਕਰ ਰਹੇ ਨਾ, ਉਹ ਇਹਨਾਂ ਨੇ ਕੀਤੀਆਂ ਜਿਹੜੀਆਂ ਹੁੰਦੀਆਂ ਅੱਗੇ ਆ ਰਹੀਆਂ। ਉਹ ਇਹੀ ਗੱਲ ਕਹਿ ਰਹੇ ਆ ਕਿ ਜੇ ਮੈਚ ਜਿਤਾਵੇ ਤੇ ਭਈ ਉਹ ਪੱਕਾ ਹਿੰਦੁਸਤਾਨੀ, ਤੇ ਜੇ ਗਲਤੀ ਨਾਲ ਕੈਚ ਛੁੱਟ ਜਾਏ ਉਹ ਖਾਲਿਸਤਾਨੀ ਬਣ ਗਿਆ। ਔਰ ਉਹ ਮੁਲਕ ਦਾ ਬਣ ਗਿਆ ਜਿਹੜਾ ਮੁਲਕ ਹੀ ਹੈ ਨਹੀਂ। ਤੇ ਜਿਸ ਮੁਲਕ ਦਾ ਪਾਸਪੋਰਟ ਲੈ ਕੇ ਗਿਆ ਉਹ 1 ਮਿੰਟ 'ਚ ਇਹਨਾਂ ਨੇ ਸਸਪੈਂਡ ਕਰਤਾ। ਕੱਲ੍ਹ ਤੇ ਇਹਨਾਂ ਦੀ ਪਾਰਟੀ ਦੇ ਸੀਨੀਅਰ ਜਿਹੜੇ ਬਹੁਤ ਪੁਰਾਣੇ ਕਹਿੰਦੇ ਨੇ ਬਹੁਤ ਅੱਛੇ ਨੇਤਾ ਔਰ ਇੱਕ ਅੱਛੇ ਸਮਾਜਿਕ ਵੀ ਉਹਨਾਂ ਦੀ ਪਹਿਚਾਣ ਹੈ, ਵੀਰ ਚਰਨਜੀਤ ਸਿੰਘ ਖਾਲਸਾ ਜੀ। ਅਗਰ ਤੁਸੀਂ ਉਹਨਾਂ ਦਾ ਬਿਆਨ ਸੁਣਾ ਹੈ ਤੇ ਜ਼ਰੂਰ ਤੁਸੀਂ ਉਹ ਵੀ ਦੇਖੋ। ਮੈਂ ਸਭ ਤੋਂ ਪਹਿਲਾਂ ਤੇ ਬੇਅੰਤ ਵੀਰ ਜੀ ਤੁਹਾਡਾ ਸ਼ੁਕਰੀਆ ਕਰਦਾ ਕਿ ਤੁਸੀਂ ਚਰਨਜੀਤ ਖਾਲਸਾ ਸਾਹਿਬ ਨੂੰ ਮੀਡੀਆ ਦੇ ਸਾਹਮਣੇ ਲਿਆਂਦਾ। ਔਰ ਖਾਲਸਾ ਜੀ ਮੇਰੇ ਕਰੀਬੀ ਰਿਸ਼ਤੇਦਾਰ ਨੇ, ਮੈਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਕਿ ਭਾਈ ਕੋਈ ਤੇ ਬੰਦਾ ਯਾਰ ਜਿਹਨੇ BJP 'ਚ ਗੱਲ ਕੀਤੀ ਵੀ ਇਹ ਗਲਤ ਹੈ, ਉਹ ਗਲਤ ਨੂੰ ਗਲਤ ਕਹਿਣਾ ਹੀ ਤੇ ਚਾਹੀਦਾ। ਅਜੇ ਕਿ ਉਹਨਾਂ ਨੇ ਬੜੇ ਬੇਬਾਕ ਤਰੀਕੇ ਨਾਲ ਆਪਣੀ ਗੱਲ ਵੀ ਕੀਤੀ। ਉਹਨਾਂ ਕਿਹਾ ਜੀ ਮੈਂ ਕੋਸ਼ਿਸ਼ ਕਰਾਂਗਾ ਹਾਈਕਮਾਂਡ ਦੇ ਨਾਲ ਗੱਲ ਕਰਕੇ ਕਿ ਜਸ਼ਪਾਲ ਸ਼ਰਮਾ ਜੀ ਮਾਫੀ ਮੰਗਣ ਤੋਂ सोच नहीं है। और मैं इसनूं सख्त लफ्ज़ नाल निंदा करदा जिसने किया, और पार्टी नाल मैं गल करांगा उस ते एक्शन लेना चाहिए जिन्हें गल कही है, ताकि अगों कोई बंदा ऐसी गल ना कह सके ਜਿਹੜਾ ਇਹੋ ਜਿਹੀ ਗੱਲ ਕਹੇ। ਤੁਹਾਨੂੰ ਪਤਾ ਹੋਵੇਗਾ ਕਈ ਵਾਰ ਐਸੀ ਗੱਲ ਕਿਸੇ ਸਾਡੇ ਪਾਰਟੀ ਦੇ ਬੰਦਿਆਂ ਨੇ ਕਹੀ ਹੈ, ਉਹਨਾਂ ਨੂੰ ਪਾਰਟੀ ਚੋਂ ਬਾਹਰ ਕੱਢਿਆ ਹੋਇਆ। ਐਸੇ ਕਈ ਹਾਦਸੇ ਹੁੰਦੇ ਨੇ ਪਾਰਟੀ ਦੇ ਅੰਦਰ। ਆਪਣੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਸਾਰੀ ਸੋਸ਼ਲ ਆਰਗੇਨਾਈਜੇਸ਼ਨ ਨੂੰ ਇਹ ਅਪੀਲ ਕਰਦਾ ਵੀ ਇਹ ਲੋਕਤੰਤਰ ਤੇ ਹਮਲਾ ਜੋ ਇਹ ਸਾਡੀ, ਮੈਂ ਕਹਿੰਦਾ ਕਿ ਜਿਹੜਾ ਸਾਡੀ ਸੈਕੂਲਰਿਜ਼ਮ ਹੈ, ਸਾਡਾ ਭਾਈਚਾਰਾ, ਉਹਦੇ ਉੱਪਰ ਹਮਲਾ ਨੇ। ਸਭ ਲੋਕ ਇਕੱਠੇ ਹੋ ਕੇ ਇੱਕ ਅਲਟੀਮੇਟਮ ਦਿਓ BJP ਨੂੰ, ਰਜਿੰਦਰ ਸ਼ਰਮਾ ਸਾਹਿਬ ਮੇਅਰ ਨੂੰ।
ਜਾਂ ਤੇ ਜੰਮੂ ਮਿਊਨਿਸਪਲ ਕਾਰਪੋਰੇਸ਼ਨ ਦਾ ਹਾਊਸ ਜਿਹੜਾ ਹੈ ਜਿਹਦੀ ਸਦਾਰਤ ਤੁਸੀਂ ਕਰ ਰਹੇ ਹੋ, ਤੁਸੀਂ ਜਨਤਾ ਕੋਲੋਂ ਮਾਫੀ ਮੰਗੋ, ਤੇ ਨਹੀਂ ਤੇ ਤੁਹਾਡੇ ਘਰਾਂ ਦੇ ਘਰਾਓ ਕੀਤੇ ਜਾਣਗੇ। ਕਿਉਂ? ਕਿਉਂਕਿ ਤੁਸੀਂ ਸਾਡੀ ਦੇਸ਼ ਭਗਤੀ ਉੱਪਰ ਸਵਾਲ ਖੜਾ ਕੀਤਾ ਭਈ ਤੁਹਾਨੂੰ ਇਹ ਕਿੰਨੇ ਹੱਕ ਦਿੱਤਾ ਕਿ ਮੈਂ ਕਹਿੰਦਾ ਇੱਕ ਗੱਲ ਹੋਰ ਸੋਚੋ ਬੇਅੰਤ ਜੀ, ਜਿੱਤੇ ਬੰਦੇ ਦੀ ਇਹ ਹਾਲਾਤ ਹੈ ਤੇ ਆਮ ਆਦਮੀ ਮੇਰੇ ਜਾ ਕਿੱਥੇ ਜਾਏਗਾ, ਤੁਹਾਡੇ ਜਾਏਗਾ, ਵੀਰ ਕੈਮਰਾਮੈਨ ਵਾਲਾ ਕਿੱਥੇ ਜਾਏਗਾ? ਇਹ ਤੇ ਪੱਕੀਆਂ ਮੋਹਰਾਂ ਲਈ ਫਿਰਦੇ ਨੇ। ਉਹ ਮੈਂ ਕਹਿੰਦਾ ਪ੍ਰਧਾਨ ਮੰਤਰੀ ਛੱਡੋ, ਜੇ ਕਿਤੇ ਮੇਅਰ ਬਣਾ ਦਿਓ ਤੇ ਸਵੇਰੇ ਬਲਡੋਜ਼ਰ ਲੈ ਕੇ ਆ ਜਾਏਗਾ, ਆਖੇਗਾ ਮਹਾਰਾਜ ਜੀ ਚਲੋ ਇਹਦੇ ਮਕਾਨ ਤੋੜ ਦੇਣੇ। ਸੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਲੋਕਾਂ ਦਾ ਮੈਂਡੇਟ ਹੈ। ਔਰ ਦੂਜੀ ਗੱਲ ਇਹ ਹੈ ਕਿ ਜਿਹੜਾ ਜਿੱਤ ਜਾਏ ਨਾ, ਚਾਹੇ ਉਹ ਸਰਪੰਚ, ਚਾਹੇ ਉਹ ਪੰਚ, ਚਾਹੇ ਉਹ ਕਾਰਪੋਰੇਟਰ, ਚਾਹੇ ਐਮਐਲਏ, ਪ੍ਰਾਈਮ ਮਿਨਿਸਟਰ ਜਾਂ ਚੀਫ ਮਿਨਿਸਟਰ, ਉਹਦੀ ਪ੍ਰਜਾ ਉਹਦੀ ਜਾਤ ਹੁੰਦੀ ਹੈ, ਉਹਦਾ ਕੋਈ ਧਰਮ ਨਹੀਂ ਹੁੰਦਾ। ਉਹਨੇ ਔਰ ਮੇਰੀ ਗੱਲ ਸੁਣੋ, ਅਗਰ ਉਹ ਬਿਜਲੀ ਪਾਣੀ ਦੀ ਗੱਲ ਕਰ ਰਿਹਾ ਸੀ ਤੇ ਉਹ ਖਾਲਿਸਤਾਨ ਲਈ ਕਰ ਰਿਹਾ ਸੀ। ਉਹ ਬਿਜਲੀ ਪਾਣੀ ਦੀ ਗੱਲ ਵਾਰਡ ਨੰਬਰ 73 ਦੇ ਲੋਕਾਂ ਦੀ ਕਰ ਰਿਹਾ ਸੀ। ਉਹ 'ਚ ਹਿੰਦੂ ਵੀਰ ਵੀ ਸਨ, ਸਰਦਾਰ ਵੀ ਸਨ, ਮੁਸਲਿਮ ਵੀਰ ਵੀ ਹੋਣਗੇ, ਕ੍ਰਿਸਚਨ ਵੀਰ ਵੀ ਹੋਣਗੇ। ਬਿਜਲੀ ਪਾਣੀ ਤਾਂ ਸਭ ਨੂੰ ਚਾਹੀਦੀ ਹੈ ਨਾ। ਇਹਨਾਂ ਨੇ ਸਿਰਫ ਉਸ ਮੁੱਦੇ ਤੋਂ ਦਾ ਧਿਆਨ ਭਟਕਾਉਣ ਵਾਸਤੇ ਉਹ ਕੀਤਾ, ਜਿਹਦੀ ਮੈਂ ਸਮਝਦਾ ਕਿ ਅੱਜ ਸਾਨੂੰ ਸਭ ਨੂੰ ਇਕੱਠੇ ਹੋ ਕੇ ਔਰ ਹਰੇਕ ਧਰਮ ਤੋਂ ਉੱਪਰ ਉੱਠ ਕੇ, ਇੱਕ ਧਰਮ ਦੀ ਗੱਲ ਨਹੀਂ ਹੈ, ਇਹ ਸਾਰਿਆਂ ਦੀ ਗੱਲ ਹੈ। ਕਿਉਂਕਿ ਜਿਸ ਤਰੀਕੇ ਨਾਲ ਉਹ ਕਰਨਾ ਚਾਹੁੰਦੇ ਨਾ, ਅਸੀਂ ਕਮਿਊਨਲਿਜ਼ਮ ਤੇ ਕਦੀ ਬਰਦਾਸ਼ਤ ਨਹੀਂ ਕਰਾਂਗੇ। ਸੈਕੂਲਰ ਸੀ ਹਾਂ ਤੇ ਰਵਾਂਗੇ। ਸੈਕੂਲਰਿਜ਼ਮ ਤੇ ਡੈਮੋਕ੍ਰੇਸੀ ਸਾਡੇ ਡੀਐਨਏ 'ਚ, ਜਿਹੜਾ ਹਰ ਹਿੰਦੁਸਤਾਨੀ ਹੋਗਾ ਸਾਡੇ ਡੀਐਨਏ। ਭਈ ਇਹ ਮੇਰਾ ਮੁਲਕ ਹੈ, ਮੇਰੇ ਬਜ਼ੁਰਗਾਂ, ਸਾਡੇ ਬਜ਼ੁਰਗਾਂ ਕੁਰਬਾਨੀ ਕੀਤੀ ਹੈ ਇਹਦੇ ਲਈ। ਤੇ ਸਾਨੂੰ ਇਸ ਤਰੀਕੇ ਦੇ ਨਾਲ ਕਹਿਣਾ, ਮੈਂ ਕਹਿੰਦਾ ਕਿ ਰਜਿੰਦਰ ਸ਼ਰਮਾ ਸਾਹਿਬ ਨੂੰ ਇਹਦੀ ਮਾਫੀ ਮੰਗਣੀ ਚਾਹੀਦੀ ਹੈ ਔਰ ਯਸ਼ਪਾਲ ਸ਼ਰਮਾ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਬਹੁਤ ਬਹੁਤ ਧੰਨਵਾਦ ਵੀਰ ਜੀ ਦਾ। ਵੀਰ ਜੀ ਨੇ ਆਪਣੇ ਜਜ਼ਬਾਤ ਹਨ। ਔਰ ਮੈਂ ਹੁਣ ਜ਼ਰੂਰ ਮੈਂ ਦੱਸਣਾ ਚਾਹਾਂਗਾ ਅਸੀਂ ਖੜੇ ਕਿੱਥੇ ਹਾਂ। ਵੀਰ ਓਂਕਾਰ ਸਿੰਘ ਜੀ ਦਿਖਾ ਦਿਓ ਇੱਕ ਵਾਰ, ਤੁਸੀਂ ਸਾਹਮਣੇ ਤੁਸੀਂ ਦੇਖ ਰਹੇ ਹੋ ਜੰਮੂ ਕਸ਼ਮੀਰ ਪੀਪਲ ਡੈਮੋਕ੍ਰੈਟਿਕ ਪਾਰਟੀ। ਅਸੀਂ ਪੀਡੀਪੀ ਦੇ ਆਫਿਸ ਖੜੇ ਹਾਂ ਔਰ ਜ਼ਰੂਰੀ ਇਹ ਸਮਝਿਆ ਕਿ ਅਸੀਂ ਇਹਨਾਂ ਦੀ ਇੰਟਰੋਡਕਸ਼ਨ ਇਹਨਾਂ ਦੀ ਪਾਰਟੀ ਤੋਂ ਨਾ ਦਈਏ, ਕਿਉਂਕਿ ਇਹਨਾਂ ਨੇ ਆਪ ਮਨਾ ਕੀਤਾ ਸੀ ਯਾਰ ਅੱਜ ਮੈਂ ਕਿਸੇ ਪਾਰਟੀ ਦਾ ਨੁਮਾਇੰਦਾ ਬਣ ਕੇ ਗੱਲ ਨਹੀਂ ਕਰਨਾ ਚਾਹੁੰਦਾ, ਨਾ ਮੈਂ ਕਿਸੇ ਪਾਰਟੀ ਦਾ ਲੋਗੋ। ਹਾਲਾਂਕਿ ਜਦੋਂ ਵੀ ਕਿਸੇ ਮੀਡੀਆ ਨੂੰ ਐਡਰੈਸ ਕਰਦੇ ਨੇ ਪਿੱਛੇ ਇਹਨਾਂ ਦੀ ਫਲੈਕਸ ਹੁੰਦੀ ਹੈ। ਤੇ ਇਹਨਾਂ ਸਾਰੇ ਵੀਰਾਂ ਨੇ ਮਨਾ ਕੀਤਾ ਕਿ ਅਸੀਂ ਗੱਲ ਅੱਜ ਸਾਡੀ ਗੱਲ ਹੈ, ਇਹ ਸਾਡੀ ਦਸਤਾਰ ਦੀ ਗੱਲ ਹੈ, ਅੱਜ ਸਾਡੀ ਕੌਮ ਦੀ ਗੱਲ ਹੈ, ਤੇ ਅਸੀਂ ਪਾਰਟੀ ਤੋਂ ਦੂਰ ਰਹਿ ਕੇ ਗੱਲ ਕਰਾਂਗੇ। ਮੈਂ ਇਹਨਾਂ ਨੂੰ ਪੁੱਛਿਆ ਵੀ ਅਗਰ ਤੁਸੀਂ ਚਾਹੋ ਪਾਰਟੀ ਦੇ ਬੈਨਰ ਥੱਲੇ ਗੱਲ ਕਰ ਸਕਦੇ ਹੋ। ਔਰ ਅਸੀਂ ਵੀ ਅੱਜ ਮੈਨੂੰ ਲੱਗਦਾ ਕਿ ਮੈਂ ਆਪਣੇ 16 ਸਾਲ ਦਾ ਮੇਰਾ ਐਕਸਪੀਰੀਅੰਸ ਹੈ ਮੀਡੀਆ ਲਾਈਨ 'ਚ, ਤੇ ਮੈਂ ਪਹਿਲੀ ਵਾਰ ਇਸ ਆਫਿਸ ਆਇਆ। ਔਰ ਕਿਉਂ ਆਇਆ ਕਿ ਗੱਲ ਹੈ ਸਾਡੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।